Students, how are you? Welcome to your botany lecture. Beta, today we will start stamens in flower. Stamens means, stamen is made up of anther and filament. Combinedly, it is called as stamen or androecium. Inside, ਅਸੀਂ ਕਹੀਏ ਕਿ ਐਂਥਰ ਲੋਬਸ ਜਿਹੜੇ ਆ ਉਹ ਆਪਸ 'ਚ ਜੁੜੇ ਹੁੰਦੇ ਆ ਵਿਦ ਦਾ ਹੈਲਪ ਆਫ ਕਨੈਕਟਿਵ ਟਿਸ਼ੂਜ਼। ਤਾਂ ਆ ਸੈਂਟਰ ਦੇ ਵਿੱਚ ਕਨੈਕਟਿਵ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ ਆ। ਅਤੇ ਹੁਣ ਅਸੀਂ ਦੇਖਣਾ ਆ ਯੂਨੀਅਨ ਆਫ ਸਟੈਮਨਸ। Union of stamen means fusion of stamens among one another or with other floral parts. Means how stamens are attached with each other or with other floral parts like petals, sepals. It is called as union of stamens. Union ਜਾਂ ਜੁੜਨਾ ਜਿਹੜਾ ਸਟੈਮਨਸ ਦਾ ਆ ਇਟ ਇਜ਼ ਆਫ ਟੂ ਟਾਈਪਸ। ਕੋਹੈਸ਼ਨ, ਕੋ ਮੀਨਸ ਜੁੜਨਾ, ਐਡਹੈਸ਼ਨ ਹੈ, ਐਡਹੈਸ਼ਨ ਦਾ ਮਤਲਬ ਹੀ ਜੁੜਨਾ ਆ, ਪਰ ਕਿੱਥੇ ਕਿੱਥੇ ਕਿੱਦਾਂ ਜੁੜਨਾ ਆ ਉਹ ਆਪਾਂ ਦੇਖਦੇ ਹਾਂ ਇਸ ਟੌਪਿਕ ਦੇ ਵਿੱਚ। ਹੁਣ ਫਸਟ ਇਜ਼ ਕੋਹੈਸ਼ਨ। ਕੋਹੈਸ਼ਨ ਆਫ ਸਟੈਮਨਸ ਮੀਨਸ ਫਿਊਜ਼ਨ ਆਫ ਸਟੈਮਨਸ ਅਮੰਗ ਵਨ ਅਨਦਰ। ਮਤਲਬ ਆ ਸਟੈਮਨਸ ਆ ਤਾਂ ਇਹ ਸਟੈਮਨਸ ਦਾ ਆਪਸ ਦੇ ਵਿੱਚ ਹੀ ਕਿੱਦਾਂ ਦਾ ਫਿਊਜ਼ਨ ਆ, ਇਹਨੂੰ ਅਸੀਂ ਕਹਿੰਦੇ ਕੋਹੈਸ਼ਨ। ਅਤੇ ਹੁਣ ਇੱਥੋਂ ਹੀ ਕਲੀਅਰ ਆ ਕਿ ਐਡਹੈਸ਼ਨ ਮਤਲਬ ਹੋ ਗਿਆ ਸਟੈਮਨਸ ਦੂਸਰੇ ਫਲੋਰਲ ਪਾਰਟਸ ਨਾਲ, ਪੈਟਲਸ ਹੋਇਆ, ਸੈਪਲਸ ਹੋਇਆ, ਗਾਇਨੋਸ਼ੀਅਮ ਹੋਇਆ, ਉਹਦੇ ਨਾਲ ਕਿੱਦਾਂ ਜੁੜੇ ਹੋਏ ਆ, ਉਹ ਹੋ ਗਿਆ ਐਡਹੈਸ਼ਨ। ਹੁਣ ਜਿਹੜਾ ਕੋਹੈਸ਼ਨ ਆ ਇਟ ਇਜ਼ ਆਫ ਡਿਫਰੈਂਟ ਟਾਈਪਸ ਲਾਈਕ ਐਡਲਫੀ ਹੋ ਗਿਆ, ਸਿੰਜਨੇਸ਼ੀਅਸ ਕੰਡੀਸ਼ਨ ਹੋ ਗਈ, ਸਿਨਐਂਡਰੀ ਹੋ ਗਈ। ਤਾਂ ਵਿਦ ਦਾ ਹੈਲਪ ਆਫ ਡਾਇਗ੍ਰਾਮਸ ਵੀ ਵਿਲ ਅੰਡਰਸਟੈਂਡ ਵਾਟ ਇਜ਼ ਐਡਲਫਸ, ਡਾਇਐਡਲਫਸ ਕੰਡੀਸ਼ਨ। ਫਸਟ, if we talk of monoadelphous condition, monoadelphous means when the filaments of all the stamens are united together. ਮਤਲਬ ਆ ਸਾਰੇ ਫਿਲਾਮੈਂਟਸ ਦੇ ਜਿਹੜੇ ਆ ਇਹ ਆਪਸ 'ਚ ਜੁੜੇ ਹੋਏ ਆ। ਅਤੇ ਜਿਹੜੇ ਐਂਥਰਸ ਆ, ਐਂਥਰ ਲੋਬਸ ਆ, ਇਹ ਫਰੀ ਆ। ਠੀਕ ਹੈ, ਥੱਲੇ ਆਪਾਂ ਡਾਇਗਰਾਮ ਦੇਖਾਂਗੇ। ਐਂਥਰ ਲੋਬਸ ਫਰੀ ਬਟ ਫਿਲਾਮੈਂਟ ਸਾਰੇ ਆਪਸ 'ਚ ਜੁੜੇ ਹੋਏ ਆ। ਔਰ ਇਹਨੂੰ ਅਸੀਂ ਕਹਿੰਦੇ ਹਾਂ ਮੋਨੋਐਡਲਫਸ ਕੰਡੀਸ਼ਨ। ਹਿਬਿਸਕਸ, ਰੋਜ਼ਾ ਸਾਇਨੈਸਿਸ, ਮਾਲਵੇਸੀ ਫੈਮਿਲੀ ਦਾ ਚਾਈਨਾ ਰੋਜ਼, ਉਹਦੇ ਵਿੱਚ ਇਹ ਕੰਡੀਸ਼ਨ ਜਿਹੜੀ ਆ ਕਲੀਅਰ ਦਿਖਦੀ ਆ। ਤਾਂ ਡਾਇਗਰਾਮ ਦੇ ਵਿੱਚ ਦੇਖੋ ਕਿ ਐਂਥਰ ਲੋਬ ਸਾਰੇ ਜਿਹੜੇ ਆ ਉਹ ਫਰੀ ਆ ਆਹ, ਲੇਕਿਨ ਫਿਲਾਮੈਂਟ ਸਾਰੇ ਜੁੜੇ ਹੋਏ ਆ ਇਨ ਵਨ ਬੰਡਲ ਜਾਂ ਵਨ ਗਰੁੱਪ। ਇਹਨੂੰ ਅਸੀਂ ਕਹਿੰਦੇ ਹਾਂ ਮੋਨੋਐਡਲਫਸ ਕੰਡੀਸ਼ਨ। ਹੁਣ ਡਾਇਐਡਲਫਸ ਦੇਖੀਏ ਤਾਂ ਜਿਹੜੇ ਐਂਥਰਸ ਔਰ ਫਿਲਾਮੈਂਟਸ ਦੇ ਦੋ ਗਰੁੱਪ ਬਣਨਗੇ। ਐਂਥਰਸ ਇੱਥੇ ਫਰੀ ਆ ਦੇਖੋ, ਐਂਥਰਸ ਇੱਥੇ ਵੀ ਫਰੀ ਆ ਬਟ ਫਿਲਾਮੈਂਟਸ ਜਿਹੜੇ ਜੁੜੇ ਹੋਏ ਆ, ਲੇਕਿਨ ਫਿਲਾਮੈਂਟਸ ਦੋ ਗਰੁੱਪਸ ਦੇ ਵਿੱਚ ਜੁੜੇ ਹੋਏ ਆ। ਪੋਲੀਐਡਲਫਸ ਜਿਹੜੇ ਕਹਿ ਲਓ ਕਿ ਇਹਦੇ ਵਿੱਚ ਬਹੁਤ ਸਾਰੇ ਗਰੁੱਪਸ ਤੁਹਾਨੂੰ ਦਿਖਣਗੇ, ਉਹਦੇ ਫਿਲਾਮੈਂਟਸ ਦੇ ਬਹੁਤ ਸਾਰੇ ਗਰੁੱਪਸ ਦਿਖਣਗੇ। Diadelphous, when the filaments of the stamens are united together in two bundles. ਆਪਾਂ ਦੇਖਿਆ ਕਿ ਉੱਪਰ ਐਂਥਰ ਫਰੀ ਸੀਗੇ, ਪਰ ਆ ਇੱਕ ਬੰਡਲ ਅਤੇ ਆ ਦੂਸਰਾ ਬੰਡਲ, ਇਹ ਹੋ ਗਿਆ ਡਾਇਐਡਲਫਸ ਕੰਡੀਸ਼ਨ। ਫਿਰ ਜੇ ਅਸੀਂ ਹੁਣ ਪੋਲੀਐਡਲਫਸ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਜਿਹੜੇ ਐਂਥਰਸ ਆ, ਫਿਲਾਮੈਂਟਸ ਆਫ ਆਲ ਦਾ stamens unite to form more than two groups ਅਤੇ ਐਂਥਰਸ ਆਰ ਫਰੀ। ਤਾਂ ਉੱਪਰ ਤੁਸੀਂ ਦੇਖਿਆ ਸੀ ਕਿ ਐਂਥਰ ਸਾਰਿਆਂ ਦੇ ਫਰੀ ਹੁੰਦੇ ਆ, ਲੇਕਿਨ ਫਿਲਾਮੈਂਟਸ ਯੂਨਾਈਟ ਹੋ ਸਕਦੇ ਆ ਉਹ ਦੋ ਤੋਂ ਵੱਧ ਬੰਡਲਾਂ 'ਚ। ਥੱਲੇ ਤਾਂ ਤੁਹਾਨੂੰ ਬੰਡਲਸ ਦਿਖੇ ਰਹੇ ਸੀਗੇ। ਠੀਕ ਹੈ। ਦੈਨ ਨੈਕਸਟ ਇਜ਼ ਸਿੰਜਨੇਸ਼ੀਅਸ ਕੰਡੀਸ਼ਨ। Syn or gynaeceous मतलब anthers of all the stamens of a flower unite। ਹੁਣ ਉੱਪਰ ਅਸੀਂ ਪੜ੍ਹ ਰਹੇ ਸੀਗੇ ਕਿ ਐਂਥਰਸ ਫਰੀ ਆ ਪਰ ਫਿਲਾਮੈਂਟ ਜੁੜੇ ਹੋਏ ਆ, ਲੇਕਿਨ ਸਿੰਜਨੇਸ਼ੀਅਸ ਕੰਡੀਸ਼ਨ ਦੇ ਵਿੱਚ ਜਿਹੜੇ ਫਿਲਾਮੈਂਟਸ ਆ
ਉਹ ਸਾਰੇ ਜਿਹੜੇ ਹੈਗੇ ਆ ਫ੍ਰੀ ਆ, ਬਟ ਐਂਥਰਸ ਪੁੱਠਾ ਹੋ ਗਿਆ ਹੁਣ, ਐਂਥਰਸ ਸਾਰੇ ਫਿਊਜ਼ਡ ਆ ਬਟ ਥੱਲੇ ਫਿਲਾਮੈਂਟਸ ਜਿਹੜੇ ਆ ਉਹ ਫ੍ਰੀ ਆ। ਇਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਆ ਸਿੰਜਨੇਸ਼ੀਅਸ ਕੰਡੀਸ਼ਨ। ਤਾਂ ਇਹ ਇੱਕ ਸਿਲੰਡਰੀਕਲ ਲੁੱਕ ਦੇਗਾ ਅਰਾਊਂਡ ਦਾ ਸਟਾਈਲ ਦੇ ਆਲੇ ਦੁਆਲੇ ਤੁਹਾਨੂੰ ਐ ਲੱਗੂਗਾ ਕਿ ਕੋਈ ਸਿਲੰਡਰ ਜਿਹਾ ਪਿਆ ਆ। ਫਿਲਾਮੈਂਟਸ ਫ੍ਰੀ, ਐਂਥਰਸ ਫਿਊਜ਼ਡ, ਇਹ ਹੋ ਗਿਆ ਸਿੰਜਨੇਸ਼ੀਅਸ ਕੰਡੀਸ਼ਨ। ਤੇ ਮੋਨੋ ਐਡਲਫਸ ਡਾਈ ਤੇ ਪੋਲੀ ਐਡਲਫਸ ਦੇ ਵਿੱਚ ਫਿਲਾਮੈਂਟਸ ਜੁੜੇ ਹੋਏ ਆ ਤੇ ਐਂਥਰਲੋਬਸ ਫ੍ਰੀ। ਇਹੀ ਡਿਫਰੈਂਸ ਹੈ, ਇੱਥੋਂ ਹੀ ਤੁਹਾਨੂੰ ਸਮਝ ਆ ਜਾਣਾ ਆ। ਸਿਨ ਐਂਡਰਸ ਕੰਡੀਸ਼ਨ, ਇਹਦੇ ਵਿੱਚ ਹੁਣ ਦੋਨੋਂ ਐਂਥਰਸ ਐਸ ਵੈਲ ਐਸ ਫਿਲਾਮੈਂਟਸ ਆਰ ਫਿਊਜ਼ਡ ਥਰੂ ਆਊਟ ਦੇਅਰ ਹੋਲ ਲੈਂਥ। ਐਗਜ਼ਾਮਪਲ ਤੁਸੀਂ ਕਰ ਲੈਣਾ ਕੁਕਰਬਿਟੇਸੀ ਫੈਮਿਲੀ ਵਗੈਰਾ। ਤਾਂ ਇਹਦੇ ਵਿੱਚ ਆਹ ਦੇਖੋ ਐਂਥਰਸ ਵੀ ਸਾਰੇ ਇੱਦਾਂ ਫਿਊਜ਼ਡ ਹੋਣੇ ਆ ਤੇ ਫਿਲਾਮੈਂਟਸ ਵੀ ਸਾਰੇ ਜਿਹੜੇ ਆ ਉਹ ਫਿਊਜ਼ਡ ਹੋਣੇ ਆ। ਦੋਨੋਂ ਚੀਜ਼ਾਂ ਫਿਊਜ਼ਡ, ਉਹ ਹੋ ਗਿਆ ਸਿਨੈਂਡਰਸ ਕੰਡੀਸ਼ਨ। ਐਂਥਰਸ ਫ੍ਰੀ, ਫਿਲਾਮੈਂਟਸ ਫਿਊਜ਼ਡ, ਉਹ ਹੋ ਗਿਆ ਸੀ ਪੋਲੀਐਡਲਫਸ ਮੋਨੋਐਡਲਫਸ। ਤੇ ਐਂਥਰਸ ਫਿਊਜ਼ਡ ਔਰ ਫਿਲਾਮੈਂਟਸ ਫ੍ਰੀ, ਇਹ ਹੋ ਗਿਆ ਸਿੰਜਨੇਸ਼ੀਅਸ ਕੰਡੀਸ਼ਨ। ਐਗਜ਼ਾਮਪਲ ਜ਼ਰੂਰ ਯਾਦ ਕਰ ਲੈਣੇ ਆ, ਤੁਹਾਨੂੰ ਪੁੱਛਣਗੇ ਐਗਜ਼ਾਮਪਲ, ਠੀਕ ਹੈ। ਤਾਂ ਆਹ ਸਾਨੂੰ ਦੇਖੋ ਡਾਇਗਰਾਮ ਦੇ ਵਿੱਚ ਕਲੀਅਰ ਕੱਟ ਦਿਖ ਰਿਹਾ ਆ। ਫਿਲਾਮੈਂਟਸ ਜੁੜੇ ਹੋਏ, ਚਾਹੇ ਉਹ ਇੱਕ ਬੰਡਲ 'ਚ ਜੁੜੇ ਹੋਣ, ਚਾਹੇ ਦੋ ਬੰਡਲਾਂ 'ਚ, ਚਾਹੇ ਬਹੁਤ ਸਾਰੇ ਬੰਡਲ 'ਚ, ਪਰ ਐਂਥਰ ਸਾਰੇ ਆਹ ਫ੍ਰੀ ਆ। ਇਹਨੂੰ ਅਸੀਂ ਕਹਿੰਦੇ ਆ ਮੋਨੋਪੋਲੀ ਡਾਈ ਐਡਲਫਸ। ਸਿੰਜਨੇਸ਼ੀਅਸ ਕੰਡੀਸ਼ਨਸ ਦੇ ਵਿੱਚ ਐਂਥਰ ਸਾਰੇ ਫਿਊਜ਼ਡ ਆ ਬਟ ਫਿਲਾਮੈਂਟਸ ਜਿਹੜੇ ਆ ਉਹ ਫ੍ਰੀ ਆ, ਇੱਥੋਂ ਪੁੱਠਾ। ਔਰ ਸਿਨ ਐਂਡਰਸ ਕੰਡੀਸ਼ਨਸ ਦੇ ਵਿੱਚ ਐਂਥਰਸ ਵੀ ਫਿਊਜ਼ਡ ਆ ਤੇ ਫਿਲਾਮੈਂਟਸ ਵੀ ਫਿਊਜ਼ਡ ਆ ਥਰੂ ਆਊਟ ਦੇਅਰ ਲੈਂਥ। ਤਾਂ ਇਹ ਹੋ ਗਿਆ ਸਿਨ ਐਂਡਰਸ ਕੰਡੀਸ਼ਨ। ਬੇਟਾ ਕਨਫਿਊਜ਼ ਨਹੀਂ ਹੋਣਾ, ਇੱਕ ਵਾਰੀ ਤੁਸੀਂ ਡੈਫੀਨੇਸ਼ਨ ਪੜ੍ਹੋਗੇ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣਾ। ਹੁਣ ਜੇ ਓਰੀਜਨਲ 'ਚ ਦੇਖੀਏ ਤਾਂ ਮਾਲਵੇਸੀ ਤੁਹਾਨੂੰ ਚਾਈਨਾ ਰੋਜ਼ ਆਪਣੇ ਕਾਲਜ ਵੀ ਲੱਗਿਆ ਹੈ, ਤੁਸੀਂ ਦੇਖਿਆ ਵੀ ਹੋਏਗਾ। ਤਾਂ ਇਸ ਤਰ੍ਹਾਂ ਦੇ ਸਟਿਗਮਾ ਦੀ ਸਟਾਈਲ ਜਿਹੜੀ ਆ ਉਹਦੇ ਆਲੇ ਦੁਆਲੇ ਯੈਲੋ ਕਲਰ ਦੇ ਫਿਲਾਮੈਂਟਸ ਐਂਥਰਸ ਲੱਗੇ ਹੁੰਦੇ ਆ, ਸਾਰੇ ਫ੍ਰੀ ਹੁੰਦੇ ਆ। ਡਾਈਐਡਲਫਸ ਤੁਹਾਨੂੰ ਕੁਛ ਇਸ ਤਰ੍ਹਾਂ ਦਾ ਦਿਖੂਗਾ, ਪੋਲੀਐਡਲਫਸ ਇਸ ਤਰ੍ਹਾਂ ਦੇ। ਸਿੰਜਨੇਸ਼ੀਅਸ ਸਨਫਲਾਵਰ ਦੇ ਵਿੱਚ ਤੁਹਾਨੂੰ ਕੰਡੀਸ਼ਨ ਦਿਖੂਗੀ ਕਿ ਸਾਰੇ ਇੱਥੇ ਕਈ ਉੱਪਰੋਂ ਐਂਥਰਸ ਫਿਊਜ਼ਡ ਹੁੰਦੇ ਆ, ਫਿਲਾਮੈਂਟਸ ਫ੍ਰੀ ਹੁੰਦੇ ਆ। ਤੇ ਸਿਨੈਂਡਰਸ ਕੰਪਲੀਟਲੀ ਥਰੂ ਆਊਟ ਦਾ ਲੈਂਥ ਫਿਲਾਮੈਂਟਸ ਵੀ ਫਿਊਜ਼ਡ ਹੁੰਦੇ ਆ ਤੇ ਐਂਥਰਲੋਬਸ ਵੀ ਫਿਊਜ਼ਡ ਹੁੰਦੇ ਆ। ਇਹ ਓਰੀਜਨਲ 'ਚ ਇੱਦਾਂ ਦੀ ਕੰਡੀਸ਼ਨਸ ਦਿਖਦੀਆਂ। ਤੁਹਾਨੂੰ ਕੁਛ ਹੋਰ ਫਲਾਵਰਸ ਦੀ ਕੰਡੀਸ਼ਨ ਦੇਖੋਗੇ, ਸਿੰਜਨੇਸ਼ੀਅਸ ਤੇ ਸਿਨੈਂਡਰਸ ਕੰਡੀਸ਼ਨ। ਫਿਰ ਨੈਕਸਟ ਜਿਹੜਾ ਇਹਦੇ ਵਿੱਚ ਟੌਪਿਕ ਹੈਗਾ ਆ, ਇਟ ਇਜ਼ ਐਡਹੈਸ਼ਨ। ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਯੂਨੀਅਨ ਆਫ ਸਟੈਮਨਸ ਆਰ ਆਫ ਟੂ ਟਾਈਪ, ਕੋਹੈਸ਼ਨ ਐਂਡ ਐਡਹੈਸ਼ਨ। ਕੋਹੈਸ਼ਨ means fusion of union of stamens with another stamen। ਤੇ ਜਿਹੜਾ ਐਡਹੀਸ਼ਨ ਆ, ਯੂਨੀਅਨ ਆਫ ਸਟੈਮਨ ਵਿਦ ਅਦਰ ਫਲੋਰਲ ਪਾਰਟਸ, ਜਿਵੇਂ ਪੈਟਲਸ ਹੋਇਆ, ਸੈਪਲਸ ਹੋਇਆ। ਤੇ ਹੁਣ ਜੇ ਐਡਹੀਸ਼ਨ ਦੀ ਗੱਲ ਕਰੀਏ ਤਾਂ ਫਸਟ ਕੰਡੀਸ਼ਨ ਇਜ਼ ਈਪੀ ਪੈਟੇਲਸ। ਨਾਮ ਤੋਂ ਥੋੜ੍ਹਾ ਜਿਹਾ ਤੁਸੀਂ ਯਾਦ ਰੱਖਣਾ ਆ। ਜਦੋਂ ਸਟੈਮਨਸ, ਪੈਟਲਸ ਮਤਲਬ ਜਦੋਂ ਸਟੈਮਨਸ ਆਰ ਫਿਊਜ਼ਡ ਜਾਂ ਜੁਆਇੰਟ, ਐਡਹੀਅਰ ਮਤਲਬ ਜੁੜੇ ਹੋਣ, ਟੂ ਦ ਪੈਟਲਸ ਬਾਈ ਦੇਅਰ ਫਿਲਾਮੈਂਟਸ। ਆ ਸਪੋਜ਼ ਪੈਟਲਸ ਆ ਤੇ ਸਟੈਮਨਸ ਇਸ ਪੈਟਲ ਨਾਲ ਜੁੜੇ ਹੁੰਦੇ ਆ ਫਿਲਾਮੈਂਟ ਨਾਲ। ਤਾਂ ਇਹ ਸਾਨੂੰ ਲੁੱਕ ਕਿੱਦਾਂ ਦੀ ਮਿਲੂਗੀ ਕਿ ਐਂ ਲੱਗੂਗਾ ਕਿ ਸਟੈਮਨਸ ਜਿਹੜੇ ਉਹ ਪੈਟਲਸ ਤੋਂ ਓਰੀਜੀਨੇਟ ਹੋ ਰਹੇ ਆ, ਡਿਵੈਲਪ ਹੋ ਰਹੇ ਆ, ਪੈਦਾ ਹੋ ਰਹੇ ਆ। ਤੁਲਸੀ ਦੇ ਵਿੱਚ ਓਸੀਮਮ ਮੀਨਸ ਤੁਲਸੀ, ਸੋਲੇਨਮ ਮੀਨਸ ਬੈਂਗਨ ਜਾਂ ਆਲੂ ਦੇ ਫਲਾਵਰਸ, ਉਹਦੇ ਵਿੱਚ ਇਹ ਕੰਡੀਸ਼ਨ ਦੇਖਣ ਨੂੰ ਮਿਲੇਗੀ। ਈਪੀਟੈਪਿਲਸ ਜਾਂ ਈਪੀਫਿਲਸ, ਸਟੈਮਨਸ ਐਡਹੀਅਰ ਟੂ ਦੇਅਰ ਫਿਲਾਮੈਂਟਸ to the tepals by their filaments and hence appear to arise from them। ਹੁਣ ਟੈਪਲਸ
ਕਿਹਨੂੰ ਕਹਿੰਦੇ ਆ, ਆਪਾਂ ਪੜ੍ਹਿਆ ਸੀ ਪੈਰੀਅੰਥ ਕਿ ਜਦੋਂ ਸੈਪਲਸ ਔਰ ਪੈਟਲਸ ਦੇ ਵਿੱਚ ਨਹੀਂ ਡਿਫਰੈਂਸ਼ੀਏਟ ਕਰ ਪਾਈਦਾ ਤਾਂ ਆਪਾਂ ਉਸ ਵੇਲੇ ਉਸ ਵਰਲ ਦੇ ਔਰਗਨਸ ਨੂੰ ਜਾਂ ਉਦੋਂ ਆਪਾਂ ਟੈਪਲਸ ਨਾਮ ਦੇ ਦਈਦਾ, ਕੰਬਾਈਨ ਕਾਮਨ ਨੇਮ ਸੈਪਲਸ ਔਰ ਪੈਟਲਸ ਦੀ ਜਗ੍ਹਾ ਟੈਪਲਸ ਦੇ ਦਈਦਾ। ਤਾਂ ਈਪੀਫਿਲਸ ਮੀਨਸ ਜਦੋਂ ਸਟੈਮਨਸ ਜੁੜੇ ਹੋਣ ਵਿਦ ਟੈਪਲਸ, ਐਂ ਲੱਗੂਗਾ ਕਿ ਉਹਨਾਂ ਤੋਂ ਹੀ ਓਰੀਜੀਨੇਟ ਹੋ ਰਹੇ ਆ, ਟੈਪਲਸ ਤੋਂ। ਐਸਫੋਡਿਲਸ ਇਹਦਾ ਐਗਜ਼ਾਮਪਲ ਹੈ। ਫਿਰ ਵੈਰੀ ਵੈਰੀ ਇੰਪੋਰਟੈਂਟ ਜਿਹੜੀ ਕੰਡੀਸ਼ਨ ਹੈਗੀ ਹੈ ਗਿਨੈਂਡਰਸ, ਸਟੈਮਨਸ ਐਡਹੀਅਰ ਟੂ ਦਾ ਕਾਰਪਲਸ। ਗਿਨੈਂਡਰਸ ਮਤਲਬ ਜਦੋਂ ਸਟੈਮਨਸ ਐਂ ਲੱਗੂਗਾ ਕਾਰਪਲਸ ਨਾਲ ਜੁੜੇ ਹੋਣ। ਹੁਣ ਇਹ ਜੁੜਨ ਦੀ ਕੰਡੀਸ਼ਨ ਥਰੂ ਆਊਟ, ਜਿੱਦਾਂ ਹੁਣ ਆਹ ਸਟਿਗਮਾ ਆ, ਥੱਲੇ ਓਵਰੀ ਆ, ਇਹਦੇ ਵਿੱਚ ਕਾਰਪਲਸ ਆ, ਤਾਂ ਥਰੂ ਆਊਟ ਲੈਂਥ ਵੀ ਇਹ ਜੁੜੇ ਹੋ ਸਕਦੇ ਆ। ਫਿਲਾਮੈਂਟ ਇਕੱਲਾ ਵੀ ਜੁੜਿਆ ਹੋ ਸਕਦਾ ਆ, ਜਾਂ ਫਿਲਾਮੈਂਟ ਥੱਲੇ ਆ ਤਾਂ ਐਂਥਰ ਇੱਥੇ ਘੁੰਮ ਕੇ ਜੁੜ ਗਿਆ, ਇਹ ਕਿਸੇ ਤਰ੍ਹਾਂ ਵੀ ਜੁੜੇ ਹੋ ਸਕਦੇ। ਇਹਨੂੰ ਅਸੀਂ ਕਹਿੰਦੇ ਆ ਗਿਨੈਂਡਰਸ ਕੰਡੀਸ਼ਨ। ਕੈਲੋਟ੍ਰੋਪਿਸ ਮਤਲਬ ਅੱਕ। ਅੱਕ ਦਾ ਫੁੱਲ ਤੁਹਾਨੂੰ ਪ੍ਰੈਕਟੀਕਲ 'ਚ ਵੀ ਹੈਗਾ ਆ, ਵਾਈਟ ਕਲਰ, ਵਾਈਟ ਪਰਪਲ ਜਿਹਾ ਹੁੰਦਾ ਆ ਮਿਕਸ, ਤਾਂ ਉਹ 'ਚ ਤੁਸੀਂ ਇਹ ਸਟੱਡੀ ਕਰਿਓ। ਹੁਣ ਡਾਇਗਰਾਮ 'ਚ ਅਸੀਂ ਦੇਖ ਲੈਂਦੇ ਹਾਂ। ਈਪੀਪੈਟਲਸ ਆ ਦੇਖੋ, ਜਦੋਂ ਸਟੈਮਨਸ ਜਿਹੜੇ ਆ ਉਹ ਐਡਹੀਅਰ ਹੁੰਦੇ ਆ ਟੂ ਦਾ ਪੈਟਲਸ, ਕਿ ਐਂ ਲੱਗੂਗਾ ਉਹਨਾਂ ਤੋਂ ਹੀ ਓਰੀਜੀਨੇਟ ਹੋ ਰਹੇ ਆ। ਈਪੀਫਿਲਸ ਜਦੋਂ ਪੈਟਲਸ ਜਿਹੜੇ ਆ ਉਹ ਜੁੜੇ ਹੁੰਦੇ ਆ ਵਿਦ ਟੈਪਲਸ। ਹੁਣ ਸੈਪਲ ਔਰ ਪੈਟਲਸ ਲਈ ਕਾਮਨ ਟਰਮ ਆ। ਗਿਨੈਂਡਰਸ ਕੰਡੀਸ਼ਨ ਆ, ਅੱਕ ਦਾ ਹੀ ਫੁੱਲ ਆ, ਇਸੇ ਤਰ੍ਹਾਂ ਦਾ ਹੁੰਦਾ, ਅਤੇ ਇੱਥੇ ਹੀ ਕਾਰਪਲ ਦੇ ਨਾਲ ਸਟੈਮਨਸ ਜਿਹੜੇ ਜੁੜੇ ਹੁੰਦੇ ਆ, ਇਸ ਤਰ੍ਹਾਂ ਉਹਦੇ ਉੱਪਰ ਹੀ ਜਾ ਕੇ ਜੁੜ ਜਾਂਦੇ ਆ। ਤਾਂ ਆਹ ਈਪੀਪੈਟਲਸ ਕੰਡੀਸ਼ਨ ਆ, ਹੈ ਨਾ। ਆਹ ਦੱਸਿਆ ਵੀ ਹੋਇਆ ਆ ਕਿ ਪੁਆਇੰਟ ਵੇਅਰ ਫਿਲਾਮੈਂਟਸ ਆਰ ਐਡਨੇਟ, ਮਤਲਬ ਜੁੜੇ ਹੋਏ ਆ ਟੂ ਪੈਟਲਸ। ਤਾਂ ਇਹ ਹੋ ਗਈ ਈਪੀਪੈਟਲਸ ਕੰਡੀਸ਼ਨ। ਔਰ ਇਹਦੇ ਨਾਲ ਹੀ ਜੇ ਸੈਪਲਸ ਔਰ ਪੈਟਲਸ ਜਿੱਥੇ ਨਾ ਡਿਫਰੈਂਸ਼ੀਏਟ ਕਰ ਪਾਉਣ, ਉਸੇ ਪੁਆਇੰਟ 'ਤੇ ਜੁੜੇ ਹੋਣ, ਤਾਂ ਉਹ ਈਪੀਫਿਲਸ ਕੰਡੀਸ਼ਨ ਹੋ ਗਈ, ਹੈ ਨਾ। ਦੈਨ ਗਿਨੈਂਡਰਸ ਤਾਂ ਆਲਰੇਡੀ ਕਲੀਅਰ ਹੈ ਕਿ ਸਟੈਮਨਸ ਐਡਹੀਅਰ ਟੂ ਕਾਰਪਲਸ, ਚਾਹੇ ਉਹ ਪੂਰੀ ਲੈਂਥ ਵਾਈਜ਼ ਹੋ ਸਕਦੇ ਆ ਜਾਂ ਕਿਸੇ ਪੁਆਇੰਟ 'ਤੇ ਹੋ ਸਕਦੇ ਆ। ਫਿਰ ਨੈਕਸਟ ਜਿਹੜਾ ਹੈਗਾ ਆ ਟੌਪਿਕ ਹੈਗਾ ਇਨਸਰਸ਼ਨ ਆਫ ਸਟੈਮਨਸ। ਨਾਮ ਤੋਂ ਹੀ ਡੈਫੀਨੇਸ਼ਨ ਕਲੀਅਰ ਆ। ਇਨ ਮਤਲਬ ਅੰਦਰ, ਸਰਸ਼ਨ ਮਤਲਬ ਅੰਦਰ ਕਿਸ ਤਰ੍ਹਾਂ ਜੁੜੇ ਹੋਏ ਆ, ਕਿੱਥੇ ਕਿ ਜੁੜੇ ਹੋਏ ਆ ਸਟੈਮਨਸ, ਉਹਨੂੰ ਆਪਾਂ ਕਹਿੰਦੇ ਇਨਸਰਸ਼ਨ। ਫॉर एग्जांपल हैप्लोस्टैमिनस कंडीशन। ਹੁਣ हैप्लोस्टैमिनस मतलब stamens in one whorl, usually as many as number of sepals or petals। ਇੱਕ ਕੰਡੀਸ਼ਨ ਇਹ ਆ ਕਿ ਹੈਪਲੋ ਮਤਲਬ ਸੇਮ, ਕਿ ਜਿੰਨੇ ਨੰਬਰ ਆਫ ਪੈਟਲਸ ਹੋਣਗੇ ਜਾਂ ਸੈਪਲਸ ਹੋਣਗੇ ਇਨ ਅ ਫਲਾਰ, ਤਕਰੀਬਨ ਉਨੇ ਨੰਬਰ ਆਫ ਸਟੈਮਨਸ ਹੋਣਗੇ, ਵਨ ਕੰਡੀਸ਼ਨ। ਅਤੇ ਆਲ ਦਾ ਸਟੈਮਨਸ ਜਿਹੜੇ ਆ ਉਹ ਇਨ ਵਨ ਵਰਲ ਪ੍ਰੈਜੈਂਟ ਹੋਣਗੇ, ਮਤਲਬ ਇੱਕ ਗਰੁੱਪ 'ਚ ਪ੍ਰੈਜੈਂਟ ਹੋਣਗੇ। ਹੁਣ ਉਹ ਗਰੁੱਪ ਜਿਹੜੇ ਆ ਇਸ ਤਰ੍ਹਾਂ ਅਰੇਂਜਡ ਹੋਣਗੇ ਸਿੰਗਲ ਗਰੁੱਪ 'ਚ, ਜਿਵੇਂ ਆਹ ਇੱਥੇ ਦੋ ਗਰੁੱਪਸ 'ਚ ਉੱਪਰ ਥੱਲੇ ਅਰੇਂਜਡ ਆ। ਹੈਪਲੋ ਦੇ ਵਿੱਚ ਸਿੰਗਲ ਗਰੁੱਪ ਦੇ ਵਿੱਚ ਸਿੰਗਲ ਸਰਕਲ ਦੇ ਵਿੱਚ ਇਸ ਤਰ੍ਹਾਂ ਗੈਪ ਜ਼ਰੂਰ ਹੋਏਗਾ ਉਹਨਾਂ ਦੇ ਵਿੱਚ, ਇਸ ਤਰ੍ਹਾਂ ਅਰੇਂਜਡ ਹੋਣਗੇ ਸਿੰਗਲੀ। ਫਿਰ ਜੇ ਹੁਣ ਇਹ ਡਿਪਲੋਸਟੈਮਿਨਸ हैप्लोस्टैमिनस अगर सिंगल ग्रुप च आ, ਤਾਂ ਫਿਰ डिप्लोस्टैमिनस arranged in two alternate whorls, the members of outer whorls alternate with petals। ਹੁਣ ਇਹ ਕੰਡੀਸ਼ਨ ਵੀ ਲੱਗਣਗੀਆਂ ਇਹ 'ਚ। ਡਿਪਲੋ ਮਤਲਬ ਕਿ ਆ ਸਟੈਮਨਸ ਜਿਹੜੇ ਆ ਉਹ ਦੋ ਸਰਕਲਸ 'ਚ ਅਰੇਂਜਡ ਹੁੰਦੇ ਆ, ਉੱਪਰ ਥੱਲੇ। ਔਰ ਅਰੇਂਜਮੈਂਟ ਕਿੱਦਾਂ ਹੋਏਗਾ ਕਿ ਇੱਕ ਸਟੈਮਨ ਹੋਏਗਾ, ਇੱਕ ਪੈਟਲ ਹੋਏਗਾ, ਆਲਟਰਨੇਟ ਮਤਲਬ ਪੈਟਲ ਦੇ ਆਲਟਰਨੇਟ ਸਟੈਮਨ ਇੱਕ ਪ੍ਰੈਜੈਂਟ ਹੋਏਗਾ, ਫਿਰ ਪੈਟਲ ਦੇ ਆਲਟਰਨੇਟ ਸਟੈਮਨ ਪ੍ਰੈਜੈਂਟ ਹੋਏਗਾ। ਫॉर एग्जांपल ਕੇਸ਼ੀਆ ਤੁਹਾਡਾ ਆਹ ਬਬੂਲ ਜਿਹਨੂੰ ਕਿੱਕਰ ਜਿਹਨੂੰ ਕਹਿੰਦੇ ਆ, ਇਹ ਠੀਕ ਹੈ। ਫਿਰ ऑब डिप्लोस्टैमिनस stamens are arranged in two alternating whorls, the members of outer whorl opposite the petal। ਹੁਣ ऑब डिप्लो ਦੇ ਵਿੱਚ ਵੀ ਸਟੈਮਨਸ ਜਿਹੜੇ ਆ ਦੋ ਸਰਕਲਸ 'ਚ ਅਰੇਂਜਡ ਹੋਣਗੇ, ਅੰਦਰ ਬਾਹਰ ਜਾਂ ਉੱਪਰ ਥੱਲੇ ਅਸੀਂ ਕਹਿ ਸਕਦੇ ਹਾਂ। ਦੋ ਸਰਕਲਸ ਦਿਖ ਰਹੇ ਆ,
ਪਰ ਇਹਦੇ ਵਿੱਚ ਕੀ ਹੋਏਗਾ, ਆ ਪੈਟਲ ਹੈ, ਪੈਟਲ ਦੇ ਆਪੋਜ਼ਿਟ ਸਟੈਮਨ ਲੱਗਿਆ ਹੋਏਗਾ, ਆ ਪੈਟਲ ਹੈ, ਪੈਟਲ ਦੇ ਆਪੋਜ਼ਿਟ ਸਟੈਮਨ ਲੱਗਿਆ ਹੋਏਗਾ। ਇਸ ਤਰ੍ਹਾਂ ਆਪੋਜ਼ਿਟ ਕੰਡੀਸ਼ਨ 'ਚ ਦਿਖਣਗੇ। ਫਿਰ ਪੋਲੀਸਟੈਮਿਨਸ, ਹੁਣ ਪੋਲੀ ਨਾਮ ਤੋਂ ਹੀ ਕਲੀਅਰ ਹੈ, ਬਹੁਤ ਸਾਰੇ ਸਰਕਲਸ 'ਚ ਆਹ ਇੱਦਾਂ 2-3 ਸਰਕਲਸ 'ਚ ਮੋਰ ਦੈਨ 2 ਵਰਲਸ 3 ਸਰਕਲ ਹੋ ਸਕਦੇ ਆ, ਅਰੇਂਜਮੈਂਟ ਹੋਵੇ ਸਟੈਮਨਸ ਦਾ, ਤਾਂ ਉਹਨੂੰ ਆਪਾਂ ਕਹਿੰਦੇ ਆ ਪੋਲੀਸਟੈਮਿਨਸ। ਹੁਣ ਇਹਦੇ ਵਿੱਚ 2 ਕੰਡੀਸ਼ਨਸ ਜਿਹੜੀਆਂ ਇੰਪੋਰਟੈਂਟ ਆ ਹੋਰ, ਐਂਟੀਸੈਪਿਲਸ ਅਤੇ ਐਂਟੀਪੈਟਲਸ। ਥੋੜ੍ਹਾ ਜਿਹਾ ਅਸੀਂ ਇੱਥੇ ਦੇਖਿਆ ਵੀ ਆ, ਐਂਟੀਸੈਪਿਲਸ ਸੈਪਲਸ ਬਣਿਆ ਸੈਪਲ ਤੋਂ। ਅਗਰ ਸਟੈਮਨਸ ਆਪੋਜ਼ਿਟ ਟੂ ਸੈਪਲਸ ਲੱਗੇ ਹੋਣ, ਜਿਵੇਂ ਹੁਣ ਆਹ ਫਲਾਰ ਆ, ਸਪੋਜ਼ ਆ ਪੈਟਲਸ ਆ, ਆਹ ਸੈਪਲ ਆ, ਤਾਂ ਸਟੈਮਨ ਇਹਦੇ ਆਪੋਜ਼ਿਟ ਲੱਗਿਆ ਹੋਵੇ ਸੈਪਲ ਦੇ ਨੀਚੇ, ਤੁਹਾਨੂੰ ਡਾਇਗਰਾਮ 'ਚ ਕਲੀਅਰ ਹੋਏਗਾ। ਔਰ ਐਂਟੀ ਪੈਟਲਸ ਮਤਲਬ ਆਪੋਜ਼ਿਟ ਟੂ ਪੈਟਲਸ, ਤਾਂ ਆਹ ਡਾਇਗਰਾਮ ਨੀਚੇ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਸਮਝ ਆਏਗਾ। ਆ ਦੇਖੋ, ਐਂਟੀ ਸੈਪਲਸ ਕੰਡੀਸ਼ਨ, ਆਹ ਨੀਚੇ ਸੈਪਲਸ ਲੱਗੇ ਹੋਏ ਆ, ਦੇਖੋ ਨੀਚੇ ਜਿਹੜੇ ਡਾਰਕ ਜਿਹੇ ਆ, ਆ ਤਾਂ ਪੈਟਲਸ ਆ, ਤੇ ਇਹਨਾਂ ਦੇ ਆਪੋਜ਼ਿਟ। ਔਰ ਐਂਟੀ ਪੈਟਲਸ, ਆ ਦੇਖੋ ਪੈਟਲਸ ਆ, ਹੁਣ ਪੈਟਲਸ ਦੇ ਆਪੋਜ਼ਿਟ ਇਹ ਤੁਹਾਨੂੰ ਮਤਲਬ 3D ਡਾਇਗਰਾਮ 'ਚ ਐ ਆਪੋਜ਼ਿਟ ਨਹੀਂ ਦਿਖੂਗਾ, ਲੇਕਿਨ ਇਹਦਾ ਅਰੇਂਜਮੈਂਟ ਆਪੋਜ਼ਿਟ ਹੁੰਦਾ ਆ ਟੂ ਪੈਟਲਸ। ਆ ਡਿਪਲੋਸਟੈਮਿਨਸ ਕੰਡੀਸ਼ਨ ਹੈ, 2 ਵਰਲਸ 'ਚ ਦੇਖੋ ਲੱਗੇ ਹੋਏ ਆ, 1 ਬਾਹਰ ਨੂੰ ਜਿਹੜਾ ਆ, ਇੱਕ ਛੋਟਾ ਇੱਕ ਵੱਡਾ, ਅਤੇ ਉਹ ਇੱਕ ਕੰਡੀਸ਼ਨ ਜਿਹੜੀ ਕਿ ਆਪੋਜ਼ਿਟ ਟੂ ਪੈਟਲਸ ਜਾਂ ਟੈਪਲਸ, ਉਹ ਤੁਸੀਂ ਉੱਪਰੋਂ ਯਾਦ ਰੱਖ ਲੈਣੀ ਆ। ਆਫ ਡਿਪਲੋਸਟੈਮਿਨਸ, ਤਾਂ ਇਸ ਡਾਇਗਰਾਮ ਤੋਂ ਤੁਹਾਨੂੰ ਕਾਫੀ ਕੁਛ ਤਕਰੀਬਨ ਸਮਝ ਆ ਜਾਣਾ ਆ। ਅਤੇ ਫਿਰ ਨੈਕਸਟ ਜਿਹੜੀ ਇਹਦੇ ਵਿੱਚ ਕੰਡੀਸ਼ਨ ਹੈਗੀ ਆ ਬੇਟਾ, ਥੱਲੇ ਪੜ੍ਹਦੇ ਹਾਂ ਆਪਾਂ, ਪਰ ਡਾਇਗਰਾਮ ਇੱਥੇ ਦੇਖੋ, ਡਾਇਡਾਇਨਮਸ ਕੰਡੀਸ਼ਨ ਅਤੇ ਟੈਟਰਾਡਾਇਨਮਸ ਕੰਡੀਸ਼ਨ। ਹੁਣ ਕਈ ਫਲਾਰਸ ਦੇ ਵਿੱਚ ਜਿਹੜੇ ਸਟੈਮਨਸ ਆ ਉਹ 2 ਤਰ੍ਹਾਂ ਦੇ ਹੁੰਦੇ ਆ, ਕੁਛ ਵੱਡੇ ਹੁੰਦੇ ਆ, ਕੁਛ ਛੋਟੇ ਹੁੰਦੇ ਆ। ਤਾਂ 2 ਗਰੁੱਪਸ ਕਹਿ ਸਕਦੇ ਹਾਂ ਅਸੀਂ ਸਟੈਮਨਸ ਦੇ, ਵਨ ਗਰੁੱਪ ਆਫ ਲੌਂਗਰ ਸਟੈਮਨਸ ਐਂਡ 1 ਗਰੁੱਪ ਆਫ ਸ਼ਾਰਟਰ ਸਟੈਮਨਸ ਲੈਂਥ ਵਾਈਜ਼। ਤਾਂ ਇਹ ਹੋ ਗਏ 2 ਜਦੋਂ ਗਰੁੱਪ ਸਾਨੂੰ ਦਿਖਣ, ਉਹ ਹੋ ਗਈ ਡਾਇਡਾਇਨਮਸ ਕੰਡੀਸ਼ਨ। ਜਦੋਂ 4 ਗਰੁੱਪਸ ਦਿਖਣ, ਉਹ ਹੋ ਗਈ ਟੈਟਰਾਡਾਇਨਮਸ ਕੰਡੀਸ਼ਨ। ਹੁਣ ਟੈਟਰਾਡਾਇਨਮਸ ਦੇ ਵਿੱਚ ਕੀ ਹੋਏਗਾ, ਟੋਟਲ 6 ਸਟੈਮਨਸ ਹੋਣਗੇ, 1 2 3 4 5 6। 4 ਇਹਦੇ ਵਿੱਚੋਂ ਵੱਡੇ ਹੋਣਗੇ ਜਿਨ੍ਹਾਂ ਦੀ ਲੈਂਥ ਇਕੁਅਲ ਹੋਏਗੀ, ਅਤੇ 2 ਜਿਹੜੇ ਆ ਛੋਟੇ ਹੋਣਗੇ। ਤਾਂ 4 + 2 ਅਰੇਂਜਮੈਂਟ ਹੁੰਦਾ ਸਟੈਮਨਸ ਦਾ, ਕਿ 4 ਵੱਡੇ 2 ਛੋਟੇ, ਉਹ ਹੋ ਗਿਆ ਟੈਟਰਾਡਾਇਨਮਸ ਕੰਡੀਸ਼ਨ। ਫਿਰ ਇਹਦੇ ਵਿੱਚ ਨੈਕਸਟ ਜਿਹੜਾ ਸਾਡੀ ਕੰਡੀਸ਼ਨ ਹੈਗੀ ਆ, ਉਹ ਅਸੀਂ ਪੜ੍ਹਨੀ ਹੈਗੀ ਆ ਸਾਈਜ਼ ਆਫ ਸਟੈਮਨ। ਉਹ ਅਸੀਂ ਹੁਣੇ ਦੇਖ ਲਿਆ, ਡਾਇਡਾਇਨਮਸ, ਆਊਟ ਆਫ 4 ਸਟੈਮਨਸ ਇਨ ਅ ਫਲਾਰ, 2 ਆਰ ਲੌਂਗ, 2 ਆਰ ਸ਼ੋਰਟ। ਐਗਜ਼ਾਮਪਲ ਬੇਟਾ ਤੁਸੀਂ ਆਪੇ ਯਾਦ ਕਰ ਲਿਓ, ਆਸਿਮਮ ਮੈਨੇ ਤੁਲਸੀ, ਟੈਟਰਾਡਾਇਨਮਸ 6 ਸਟੈਮਨਸ ਮੈਂ ਹੁਣੇ ਹੀ ਦਿਖਾਏ, 2 ਛੋਟੇ ਹੁੰਦੇ ਆ ਅਤੇ 4 ਵੱਡੇ ਹੁੰਦੇ ਆ। ਮਸਟਰਡ ਹੁਣ ਜੇ ਕਾਲਜ ਖੁੱਲ੍ਹ ਗਏ ਆਪਾਂ ਤੁਹਾਨੂੰ ਪ੍ਰੈਕਟੀਕਲ 'ਚ ਦਿਖਾ ਵੀ ਦੇਣੇ ਆ। ਫਿਰ ਨੈਕਸਟ ਜਿਹੜਾ ਇੰਪੋਰਟੈਂਟ ਹੈਗਾ ਆ, ਪੋਜੀਸ਼ਨ ਆਫ ਸਟੈਮਨਸ। ਪੋਜੀਸ਼ਨ ਮਤਲਬ ਕਿੱਥੇ ਕੁ ਜੁੜੇ ਹੋਏ ਆ ਸਟੈਮਨਸ, ਅੰਦਰ ਆ, ਬਾਹਰੋਂ ਨਿਕਲੇ ਹੋਏ ਆ, ਬਾਹਰ ਦੀ ਸਾਈਡ ਲੱਗੇ ਹੋਏ ਆ, ਦਿਸ ਇਜ਼ ਨੋਨ ਐਜ਼ ਪੋਜੀਸ਼ਨ ਆਫ ਸਟੈਮਨਸ। ਫਿਰ ਨਾਲ ਹੀ ਅਸੀਂ ਪੜ੍ਹ ਲੈਣਾ ਹੈ ਨੰਬਰ ਆਫ ਐਂਥਰਲੋਬਸ। ਐਂਥਰਲੋਬਸ ਮਤਲਬ ਇੱਕੋ ਹੀ ਲੋਬ ਆ ਆਹ, ਕਿ 2 ਲੋਬਡ ਆ, ਇਸ ਤਰ੍ਹਾਂ 2 ਲੋਬਡ ਆ, ਇਹਨੂੰ ਕਹਿੰਦੇ ਆ ਮੋਨੋਥਿਕਸ। ਮੋਨੋਥਿਕਸ ਮਤਲਬ ਆ ਸਿੰਗਲ ਲੋਬਡ ਹੋ ਗਿਆ, ਇਹ ਮੋਨੋਥਿਕਸ ਹੋ ਗਿਆ। ਡਾਇਥਿਕਸ ਮਤਲਬ ਆਹ ਡਬਲ ਲੋਬਡ ਇਸ ਤਰ੍ਹਾਂ ਦੇ, ਇਹ ਹੋ ਗਿਆ ਡਾਇਥਿਕਸ। ਤਾਂ ਆਪਾਂ ਡਾਇਗਰਾਮ ਤੋਂ ਦੇਖਦੇ ਹਾਂ ਜ਼ਿਆਦਾ ਅੱਛਾ ਹੁੰਦਾ ਆ। ਇਨਸਰਟਡ ਮਤਲਬ ਆ ਸਪੋਜ਼ ਪੈਟਲਸ ਆ, ਔਰ ਆਹ ਕਹਿ ਲਓ ਕਿ ਕਰੋਲਾ ਟਿਊਬ ਆ, ਸਟਿਗਮਾ ਸਟਾਈਲ ਵਗੈਰਾ।
ਹੁਣ ਜਿਹੜੇ ਸਟੈਮਨਸ ਆ ਸ਼ਾਰਟਰ ਦੈਨ ਕਰੋਲਾ ਟਿਊਬ, ਮਤਲਬ ਸਟੈਮਨਸ ਇਸ ਸਟਿਗਮਾ ਸਟਾਈਲ ਤੋਂ ਛੋਟੇ ਰਹਿਣ, ਅੰਦਰ ਹੀ ਧਸੇ ਹੋ ਜਾਣ, ਉਹ ਹੋ ਗਿਆ ਇਨਸਰਟਿਡ। ਐਗਜ਼ਰਟਿਡ ਮਤਲਬ ਆ ਕਰੋਲਾ ਟਿਊਬ ਇੱਥੇ ਦੇਖਦੇ ਹਾਂ, ਆ ਪੈਟਲਸ ਆ ਕਰੋਲਾ ਸੌਰੀ ਆ ਪੈਟਲਸ ਆ ਕਰੋਲਾ ਟਿਊਬ ਆ, ਔਰ ਸਟੈਮਨਸ ਜਿਹੜੇ ਆ ਵੱਡੇ ਹੋਣ, ਕਰੋਲਾ ਟਿਊਬ ਤੋਂ ਉੱਪਰ ਨਿਕਲੇ ਹੋਣ। ਇਹ ਹੋ ਗਈ ਐਗਜ਼ਰਟਿਡ ਕੰਡੀਸ਼ਨ, ਜਾਂ ਫਿਰ ਐਗਜ਼ੋਰਟਿਡ ਵੀ ਅਸੀਂ ਇਹਨੂੰ ਕਹਿ ਦਿੰਦੇ ਹਾਂ। ਸਟੈਮਨਸ ਲੌਂਗਰ ਦੈਨ ਦਾ ਕਰੋਲਾ ਟਿਊਬ ਪ੍ਰੋਟਰੂਡਿੰਗ ਆਊਟਵਰਡ। ਤਾਂ ਡਾਇਗਰਾਮ 'ਚ ਹੋਰ ਕਲੀਅਰ ਹੋ ਜਾਏਗਾ। ਨੀਚੇ ਦੇਖੋ ਡਾਇਗਰਾਮ, ਆ ਤਾਂ ਉੱਪਰ ਟੈਟਰਾਡਾਇਨੇਮਸ ਕੰਡੀਸ਼ਨ ਪੜ੍ਹੀ, ਇਹ ਓਰੀਜਨਲ ਫਲਾਰ 'ਚ ਦਿਖਾਇਆ ਹੋਇਆ ਕਿ ਕਿਵੇਂ ਦਿਖਦਾ ਆ ਡਾਇਡਾਇਨੇਮਸ ਕੰਡੀਸ਼ਨ, ਆ ਟੈਟਰਾਡਾਇਨੇਮਸ। ਹੁਣ ਅਸੀਂ ਇਨਸਰਟਿਡ ਦੀ ਗੱਲ ਕਰਨੀ ਆ ਕਿ ਆਹ ਕਰੋਲਾ ਟਿਊਬ ਉੱਪਰ ਹੈ ਅਤੇ ਸਟੈਮਨਸ ਜਿਹੜੇ ਆ ਥੱਲੇ ਆ। ਐਗਜ਼ਰਟਿਡ ਮਤਲਬ ਕਰੋਲਾ ਟਿਊਬ ਆ ਨੀਚੇ ਆ ਅਤੇ ਸਟੈਮਨਸ ਜਿਹੜੇ ਉਹ ਬਾਹਰ ਨਿਕਲੇ ਹੋਏ ਆ, ਇਹਨੂੰ ਕਹਿੰਦੇ ਆ ਐਗਜ਼ਰਟਿਡ ਔਰ ਇਨਸਰਟਿਡ। ਆ ਐਗਜ਼ਰਟਿਡ ਦੀ ਦੇਖ ਲਓ, ਕਰੋਲਾ ਟਿਊਬ ਇੱਥੇ ਹੋਣੀ ਆ ਅਤੇ ਸਟੈਮਨਸ ਜਿਹੜੇ ਆ ਸਾਰੇ ਬਾਹਰ ਨਿਕਲੇ ਹੋਏ ਆ, ਔਰ ਦੂਸਰੀ ਤਰਫ ਕਰੋਲਾ ਟਿਊਬ ਆ ਬਾਹਰ ਨਿਕਲੀ ਹੋਵੇ ਤਾਂ ਇਹ ਥੱਲੇ ਹੀ ਹੋਣ ਹੋਰ ਵੀ, ਇਹਨੂੰ ਕਹਿੰਦੇ ਇਨਸਰਟਿਡ ਕੰਡੀਸ਼ਨ। ਆਹ ਓਰੀਜਨਲ ਡਾਇਗਰਾਮ ਦੇ ਵਿੱਚ ਦਿਖ ਰਿਹਾ ਆ, ਇਹ ਮੋਨੋਥਿਕਸ ਔਰ ਡਾਇਥਿਕਸ ਹੈ। ਮੈਂ ਪਹਿਲਾਂ ਵੀ ਦੱਸਿਆ ਕਿ ਜੇ ਸਟੈਮਨ ਇੱਕੋ ਹੀ ਲੋਬਡ ਹੋਣ, ਇੱਥੇ ਦੇਖੋ ਮੋਨੋਥਿਕਸ, ਜੇ ਡਬਲ ਲੋਬਡ ਹੋਣ, ਆਹ ਸਟੈਮਨ ਦਾ ਦੇਖੋ ਆਹ ਇੱਕ ਲੋਬ ਆ ਇਸ ਤਰ੍ਹਾਂ ਡਬਲ ਲੋਬਡ ਆ, ਇਹ ਹੋ ਜਾਣੇ ਆ ਤੁਹਾਡੇ ਚਾਹੇ ਇਸ ਤਰ੍ਹਾਂ ਡਬਲ ਲੋਬਡ ਜਿਹੜੇ ਸਟੈਮਨਸ ਆ ਐਂਥਰ ਲੋਬਸ ਆ, ਉਹ ਹੋ ਗਏ ਡਾਇਥਿਕਸ। ਫਿਰ ਲਾਸਟ ਜਿਹੜੀ ਹੋਰ ਕੰਡੀਸ਼ਨਸ ਹੈਗੀਆਂ ਆ ਉਹ ਹੈਗੀਆਂ ਆ ਫਿਕਸੇਸ਼ਨ ਆਫ ਐਂਥਰਸ। ਹੁਣ ਫਿਕਸੇਸ਼ਨ ਦਾ ਮਤਲਬ ਹੈਗਾ ਆ ਕਿ ਫਿਲਾਮੈਂਟ ਔਰ ਐਂਥਰਸ ਆਪਸ 'ਚ ਕਿਵੇਂ ਜੁੜੇ ਹੋਏ ਆ, ਕਿੱਥੇ ਕੁ ਜਾ ਕੇ ਫਿਲਾਮੈਂਟ ਲੱਗਿਆ ਹੋਇਆ ਆ। ਤਾਂ ਜੇ ਅਸੀਂ ਡਾਇਗਰਾਮ ਤੋਂ ਹੀ ਸਮਝ ਲਈਏ, ਫਿਲਾਮੈਂਟ ਇਸ ਪਹਿਲਾਂ ਜੇ ਅਸੀਂ ਐਡਨੇਟ ਦੀ ਗੱਲ ਕਰੀਏ ਤਾਂ ਫਿਲਾਮੈਂਟ ਇਜ਼ ਕੰਟੀਨਿਊਡ ਫਰੋਮ ਬੇਸ ਟੂ ਦਾ ਅਪੈਕਸ ਆਫ ਦਾ ਐਂਥਰ। ਤਾਂ ਆਹ ਜਿਹੜਾ ਐਡਨੇਟ ਕੰਡੀਸ਼ਨ ਆ ਕਿ ਫਿਲਾਮੈਂਟ ਜਿਹੜਾ ਆ ਬੇਸ ਤੋਂ ਲੈ ਕੇ ਉੱਪਰ ਐਂਥਰ ਲੋਬ ਦੇ ਉੱਪਰ ਤੱਕ ਜੁੜਿਆ ਆ ਹੋਵੇ, ਲੱਗਿਆ ਆ ਹੋਵੇ, ਉਹ ਹੋ ਗਈ ਐਡਨੇਟ ਕੰਡੀਸ਼ਨ। ਅਗਰ ਬੇਸ 'ਤੇ ਲੱਗਿਆ ਹੋਵੇ, ਆਹ ਬੇਸੀ ਫਿਕਸਡ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ, ਇਨੇਟ ਨੂੰ ਬੇਸੀ ਫਿਕਸ ਵੀ ਕਹਿ ਸਕਦੇ ਹਾਂ। ਇਫ ਫਿਲਾਮੈਂਟ ਇਜ਼ ਅਟੈਚਡ ਐਟ ਦਾ ਬੇਸ ਆਫ ਦਾ ਐਂਥਰ ਲੋਬ, ਬੇਸ ਮਤਲਬ ਆ ਥੱਲੇ, ਆ ਮੰਨ ਲਓ ਐਂਥਰ ਲੋਬ ਹੈ, ਇਹਦੇ ਨੀਚੇ ਆਹ ਲੱਗਿਆ ਹੋਵੇ, ਇਹਨੂੰ ਅਸੀਂ ਕਹਿ ਦਿੰਦੇ ਹਾਂ ਬੇਸੀ ਫਿਕਸ ਕੰਡੀਸ਼ਨ। ਡੋਰਸੀ ਫਿਕਸਡ ਇਫ ਐਂਥਰ ਲੋਬਸ ਆਰ ਅਟੈਚਡ ਐਟ ਦਾ ਜੁੜੇ ਹੋਣ ਟੂ ਦਾ ਡੋਰਸਲ ਸਾਈਡ ਆਫ ਦਾ ਐਂਥਰ ਲੋਬ। ਫਿਲਾਮੈਂਟ ਇਜ਼ ਅਟੈਚਡ ਐਟ ਦਾ ਡੋਰਸਲ ਮੰਨ ਲਓ ਪਿਛਲਾ ਸਾਈਡ ਆ ਤਾਂ ਘੁੰਮ ਕੇ ਪਿਛਲੇ ਸਾਈਡ 'ਤੇ ਇਸ ਤਰ੍ਹਾਂ ਲੱਗਿਆ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਡੋਰਸੀ ਫਿਕਸਡ। ਵਰਸੇਟਾਈਲ ਜਿਹੜਾ ਐਂਥਰ ਆ ਉਹ ਝੂਲੇ ਦੀ ਤਰ੍ਹਾਂ ਇਸ ਤਰ੍ਹਾਂ ਫਿਲਾਮੈਂਟ ਜਿਹੜਾ ਆ ਐਂਥਰ ਨਾਲ ਇੱਦਾਂ ਪੁਆਇੰਟ 'ਤੇ ਜੁੜਿਆ ਹੋਵੇ ਕਿ ਉਹ ਝੂਲੇ ਵਾਂਗ ਐ ਸਵਿੰਗ ਕਰੇ ਐਂਥਰ ਲੋਬ, ਉਹਨੂੰ ਅਸੀਂ ਕਹਿੰਦੇ ਹਾਂ ਵਰਸੇਟਾਈਲ। Anther is attached lightly at its back to the filament ਤਾਂ ਕਿ ਉਹ ਫਰੀਲੀ ਮੂਵ ਕਰ ਸਕੇ ਜਾਂ ਝੂਲੇ ਵਾਂਗ ਸਵਿੰਗ ਕਰ ਸਕੇ। ਤਾਂ ਹਲਕਾ ਜਿਹਾ ਇੱਥੇ ਬੇਸ 'ਤੇ ਬੈਕ ਸਾਈਡ 'ਤੇ ਜੁੜਿਆ ਹੋਣਾ ਆ ਫਿਲਾਮੈਂਟ, ਅਤੇ ਇਹ ਝੂਲੇ ਦੀ ਤਰ੍ਹਾਂ ਮੂਵ ਕਰੀ ਜਾਣਾ ਆ, ਇਹ ਹੋ ਗਈ ਵਰਸੇਟਾਈਲ ਕੰਡੀਸ਼ਨ। ਆਹ ਡੋਰਸਲ ਸਾਈਡ 'ਤੇ ਡੋਰਸੀਫਿਕ, ਬੇਸ 'ਤੇ ਥੱਲੇ ਬੇਸੀਫਿਕਸ, ਥਰੂ ਆਊਟ ਦਾ ਲੈਂਥ ਐਡਨੇਟ ਹੋ ਗਿਆ। ਆਹ ਦੂਸਰੇ ਡਾਇਗਰਾਮ 'ਚ ਵੀ ਦੇਖੋ, ਆਹ ਥੱਲੇ ਜੁੜਿਆ ਹੋਇਆ ਬੇਸ 'ਤੇ ਫਿਲਾਮੈਂਟ ਐਂਥਰ ਦੇ, ਤਾਂ ਉਹ ਹੋ ਗਿਆ ਬੇਸੀਫਿਕਸਡ। ਡੋਰਸਲ ਸਾਈਡ
ਪਿਛਲੀ ਸਾਈਡ ਤੇ ਜੁੜਿਆ ਹੋਇਆ ਆ ਉਹ ਹੋ ਗਿਆ ਡੋਰਸੀ ਫਿਕਸਡ, ਥਰੂ ਆਊਟ ਦਾ ਲੈਂਥ ਜੁੜਿਆ ਹੋਇਆ ਆ ਐਡਨੇਟ ਹੋ ਗਿਆ, ਤੇ ਬੈਕ ਤੇ ਇੱਦਾਂ ਪੁਆਇੰਟ ਇੱਦਾਂ ਜੁੜਿਆ ਹੋਇਆ ਆ ਕਿ ਜਿਹੜਾ ਪੂਰਾ ਐਂਥਰ ਲੋਬ ਆ ਉਹ ਸਵਿੰਗ ਕਰਦਾ ਆ, ਝੂਲੇ ਵਾਂਗ ਝੂਲਦਾ ਆ, ਦੈਟ ਇਜ਼ ਵਰਸਾਟਾਈਲ। ਫਿਰ ਜਿਹੜੀ ਲਾਸਟ ਕੰਡੀਸ਼ਨ ਹੁਣ ਅਸੀਂ ਸਟੈਮਨਸ ਦੀ ਦੇਖਣੀ ਆ ਉਹ ਹੈਗੀ ਆ ਕਿ ਡਾਇਸੈਂਸ ਆਫ ਐਂਥਰਸ। ਹੁਣ ਡਾਇਸੈਂਸ ਆਫ ਐਂਥਰਸ ਦਾ ਮਤਲਬ ਹੈਗਾ ਆ ਕਿ ਜਦੋਂ ਐਂਥਰ ਦੇ ਵਿੱਚ ਪੋਲਨ ਗ੍ਰੇਨਸ ਡਿਵੈਲਪ ਹੋ ਜਾਂਦੇ ਆ ਤਾਂ ਇਹ ਐਂਥਰ ਫੱਟਦਾ ਕਿੱਦਾਂ ਆ ਕਿ ਪੋਲਨ ਗ੍ਰੇਨਸ ਜਿਹੜੇ ਉਹ ਬਾਹਰ ਲਿਬਰੇਟ ਹੋਣ। ਤਾਂ ਫਸਟ ਇਜ਼ ਲੌਂਗੀਚਿਊਡਨਲ ਡਾਇਸੈਂਸ। ਤਾਂ ਆਹ ਡਾਇਗਰਾਮ ਦੇ ਵਿੱਚ ਕਲੀਅਰ ਕੱਟ ਦਿਖ ਰਿਹਾ ਆ ਕਿ ਇੱਦਾਂ ਲੌਂਗੀਚਿਊਡਨਲੀ ਮਤਲਬ ਲੈਂਥ ਵਾਈਜ਼ ਜਦੋਂ ਇਹਦੇ ਵਿੱਚ ਵੀ ਲੌਂਗੀਚਿਊਡਨਲ ਓਰੀਜਨਲ 'ਚ ਦਿਖਾਇਆ ਹੋਇਆ ਆ ਕਿ ਜਦੋਂ ਲੈਂਥ ਵਾਈਜ਼ ਲੌਂਗੀਚਿਊਡਨਲੀ ਐਂਥਰ ਫੱਟਦਾ ਆ ਅਤੇ ਪੋਲਨ ਗ੍ਰੇਨਸ ਲਿਬਰੇਟ ਹੁੰਦੇ ਆ, ਉਹਨੂੰ ਅਸੀਂ ਕਹਿੰਦੇ ਹਾਂ ਲੌਂਗੀਚਿਊਡਨਲ ਡਾਇਸੈਂਸ। ਟਰਾਂਸਵਰਸਲੀ ਮਤਲਬ ਸਾਈਡਾਂ 'ਤੇ ਇਸ ਤਰ੍ਹਾਂ ਫੱਟਦਾ ਆ, ਜਾਂ ਇਹ ਹੁਣ ਇਸ ਤਰ੍ਹਾਂ ਸਾਈਡਾਂ 'ਤੇ ਫੱਟਦਾ ਆ, ਫਿਰ ਪੋਲਨ ਗ੍ਰੇਨਸ ਲਿਬਰੇਟ ਹੁੰਦੇ ਆ, ਉਹ ਹੋ ਗਿਆ ਟਰਾਂਸਵਰਸ। ਉੱਪਰ ਟਿਪ 'ਤੇ ਇੱਕ ਓਪਨਿੰਗ ਹੁੰਦੀ ਆ, ਉਸ ਓਪਨਿੰਗ ਤੋਂ ਫੱਟਦਾ ਆ, ਉਹ ਹੋ ਗਿਆ ਐਪੀਕਲ ਜਾਂ ਪੋਰਸ। ਅਤੇ ਸਾਈਡਾਂ ਤੋਂ ਪਲੇਟ ਲਾਈਕ ਇੱਥੇ ਸਾਈਡਾਂ 'ਤੇ ਸਲਿਟਸ ਦਰਾਰਾਂ ਡਿਵੈਲਪ ਹੋ ਜਾਂਦੀਆਂ ਆ, ਉਹ ਦਰਾਰਾਂ ਇੱਦਾਂ ਖੁੱਲ੍ਹ ਜਾਂਦੀਆਂ ਅਤੇ ਪੋਲਨ ਗ੍ਰੇਨਸ ਲਿਬਰੇਟ ਹੋ ਜਾਣ ਦੋਨੋਂ ਤਰਫੋਂ, ਇੱਕ ਤਰਫੋਂ, ਉਹ ਹੋ ਗਿਆ ਕਹਿ ਲਓ ਵਾਲਵੁਲਰ ਡਾਇਸੈਂਸ। ਤਾਂ ਇਹ ਕੁਛ ਹੋ ਵਿਦ ਡਾਇਗਰਾਮ ਆ ਲੌਂਗੀਚਿਊਡਨਲ ਦਿਖਾਇਆ ਹੋਇਆ ਆ, ਦੈਨ ਤੁਹਾਡਾ ਟਰਾਂਸਵਰਸਲੀ ਵੀ ਆਹ ਵਾਲਾ ਜਿਹੜਾ ਹੈਗਾ ਇਹ ਟਰਾਂਸਵਰਸਲੀ ਦੇਖੋ, ਆ ਲੌਂਗੀਚਿਊਡਨਲ, ਉੱਪਰ ਪੋਰਸ ਤੋਂ ਥਰੂ ਤਾਂ ਪੋਰਸ ਹੋ ਗਿਆ, ਐਕਸਟਰੋਸ, ਆਹ ਦੇਖੋ ਪੋਰਸ, ਦੈਨ ਆਹ ਵਾਲਵੁਲਰ ਮਤਲਬ ਸਾਈਡਾਂ ਤੋਂ ਸਲਿੱਟ ਡਿਵੈਲਪ ਹੋ ਗਈ, ਉਹ ਸਲਿੱਟ ਇੱਦਾਂ ਖੁੱਲ੍ਹ ਗਈ, ਪਲੇਟਾਂ ਜਿਹੀਆਂ ਉੱਥੋਂ ਲਿਬਰੇਟ ਹੋਏ, ਤਾਂ ਉਹ ਹੋ ਗਿਆ ਵਾਲਵੁਲਰ। ਹੁਣ ਇੱਥੇ ਆਪਾਂ ਡੈਫੀਨੇਸ਼ਨਸ ਦੇਖ ਲੈਂਦੇ ਹਾਂ। ਲੌਂਗੀਚਿਊਡਨਲ ਜਿਹੜੀ ਆ, ਲੌਂਗੀਚਿਊਡਨਲ ਜਿਹੜੀ ਡਾਇਸੈਂਸ ਆ ਇਹ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਆ। ਫਸਟ ਹੈਗੀ ਆ ਇੰਟਰੋਸ ਡਾਇਸੈਂਸ ਅਕਰਸ ਟੂਵਰਡਸ ਦਾ ਇਨਰ ਸਾਈਡ ਆਫ ਦਾ ਫਲਾਰ। ਮਤਲਬ ਜਿਹੜੀ ਦਰਾਰ ਤਾਂ ਇੱਦਾਂ ਲੰਬਾਈ 'ਚ ਹੀ ਹੋਣੀ ਆ, ਪਰ ਅੰਦਰ ਨੂੰ ਅੰਦਰਲੇ ਪਾਸੇ ਨੂੰ ਡਿਵੈਲਪ ਹੁੰਦੀ ਆ, ਉਹ ਹੋ ਗਈ ਇੰਟਰੋਸ। ਲੈਗਿਊਮੀਨੇਸੀ ਮਟਰ 'ਚ ਖਾਸ ਕਰਕੇ ਦੇਖਣ ਨੂੰ ਮਿਲਦਾ ਆ। ਐਕਸਟਰੋਸ ਡਾਇਸੈਂਸ ਅਕਰਸ ਐਟ ਆਊਟਵਰਡ ਸਾਈਡ ਆਫ ਦਾ ਫਲਾਰ। ਮਤਲਬ ਇੱਕ ਅੰਦਰੋਂ ਫੱਟ ਜਾਵੇ, ਆ ਜਿਵੇਂ ਹੈਗਾ ਆ, ਜੇ ਤਾਂ ਸੱਟ ਅੰਦਰੋਂ ਕਿਤੋਂ ਲੱਗ ਗਈ, ਅੰਦਰੋਂ ਫੱਟ ਜਾਵੇ ਮਾਸ, ਇੱਕ ਬਾਹਰੋਂ ਫੱਟਣਾ ਹੈਗਾ ਆ, ਉੱਪਰੋਂ ਕੱਟ ਲੱਗ ਜਾਵੇ, ਅੰਦਰੋਂ ਕਿਸੇ ਤਰ੍ਹਾਂ ਫੱਟ ਜਾਵੇ, ਇਹ ਹੈਗੇ ਅੰਦਰੋਂ ਫਟੇ ਤਾਂ ਇੰਟਰੋਸ, ਬਾਹਰੋਂ ਫਟੇ ਤਾਂ ਐਕਸਟਰੋਸ। ਟਰਾਂਸਵਰਸ ਐਂਥਰਲੋਬਸ ਡਾਇਸੈਂਸ ਬਾਈ ਬ੍ਰੈਡਥ ਵਾਈਜ਼ ਸਲਿਟਸ ਆਪਾਂ ਦੇਖ ਹੀ ਲਿਆ ਆ, ਇਨ ਦਾ ਮਿਡਲ ਡਿਵੈਲਪ ਹੋ ਜਾਂਦੀ ਆ। ਵਾਲਵੁਲਰ ਐਂਥਰ ਵਾਲਸ ਬ੍ਰੇਕ ਐਂਡ ਲਿਫਟਡ ਐਟ ਪਲੇਸਿਸ ਲਾਈਕ ਵਾਲਵਸ, ਬਾਰਬੇਰੀਚ। ਪੋਰਸ ਐਂਥਰਲੋਬਸ ਡਾਇਸੈਂਸ ਬਾਈ ਐਪੀਕਲ ਔਰ ਬੇਸਲ ਪੋਰਸ। ਉੱਪਰ ਥੱਲੇ ਵੀ ਪੋਰਸ ਕਈ ਵਾਰ ਡਿਵੈਲਪ ਹੁੰਦੇ, ਉੱਥੋਂ ਵੀ ਇਹ ਟੁੱਟ ਸਕਦਾ ਆ, ਟੋਮੈਟੋ ਵਗੈਰਾ 'ਚ। ਦੈਨ irregular ਐਂਥਰ ਵਾਲਸ ਬ੍ਰੇਕ irregularly ਟੂ ਡਿਸਪਰਸ ਪੋਲਨ ਗ੍ਰੇਨਸ। ਹੁਣ ਇੱਕ ਕੰਡੀਸ਼ਨ ਹੈਗੀ ਆ ਜਿਹਦਾ ਡਾਇਗਰਾਮ ਨਹੀਂ, ਪਰ ਕਿਤੋਂ ਵੀ ਕਿਸੇ ਪਾਸਿਓਂ ਵੀ ਫੱਟ ਜਾਵੇ, ਅਚਾਨਕ ਅੰਦਰ ਪੋਲਨ ਗ੍ਰੇਨਸ ਦਾ ਫੋਰਸ ਲੱਗਣ ਨਾਲ ਕਿਤੋਂ ਵੀ ਫੱਟ ਜਾਵੇ, ਦੈਟ ਇਜ਼ irregular ਡਾਇਸੈਂਸ। ਤਾਂ ਆਈ ਥਿੰਕ ਬਹੁਤ ਈਜ਼ੀ ਆ। With this we have completed the conditions of stamens. Now last will be the conditions of carpels. Then flower will be completed and we will start the next topic. पढ़ लियो, नहीं समझ आया दोबारा पूछ लियो। Till then goodbye बेटा।